ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਭਨਾਂ ਦਾ ਸਵਾਗਤ ਹੈ ਸਾਹਿਤਿਕ ਸਫ਼ਰ 'ਚ ਤੇ ਸ਼ੁਕਰਾਨਾ ਸਾਡੇ ਨਾਲ ਬਣੇ ਰਹਿਣ ਲਈ। ਦੋਸਤੋ, ਕੁਝ ਦੋਸਤ ਅਜਿਹੇ ਵੀ ਨੇ ਜੋ ਸਾਡੇ ਨਾਲ ਜੁੜੇ ਹੋਏ ਨੇ ਪਰ ਹਾਲੇ ਤੱਕ ਉਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ। ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦੇ ਆਲ ਵਾਲੇ ਬਟਨ ਨੂੰ ਪ੍ਰੈਸ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਤੇ ਦੋਸਤੋ, ਆਪਣੀਆਂ ਪਸੰਦੀਦਾ ਕਿਤਾਬਾਂ ਬਾਰੇ ਜਿਨ੍ਹਾਂ ਦੀ ਆਡੀਓ ਤੁਸੀਂ ਚਾਹੁੰਦੇ ਹੋ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਤਾਂ ਜੋ ਅਸੀਂ ਤੁਹਾਡੀ ਪਸੰਦ ਦੀਆਂ ਹੋਰ ਕਿਤਾਬਾਂ ਲੈ ਕੇ ਪੇਸ਼ ਹੋਈਏ। ਤੁਹਾਡੀਆਂ ਟਿੱਪਣੀਆਂ ਅਤੇ ਸੁਝਾਅ ਸਾਡੀ ਹੌਸਲਾ ਅਫਜ਼ਾਈ ਕਰਦੇ ਨੇ ਤੇ ਸਾਨੂੰ ਹੋਰ ਬਿਹਤਰ ਕੰਮ ਕਰਨ ਦਾ ਉਤਸ਼ਾਹ ਮਿਲਦਾ ਹੈ। ਤਾਂ ਆਓ ਦੋਸਤੋ, ਅੱਜ ਆਪਾਂ ਸਾਂਝ ਪਾਉਂਦੇ ਹਾਂ ਡੇਲ ਕਾਰਨੇਗੀ ਦੀ ਕਿਤਾਬ ਚਿੰਤਾ ਛੱਡੋ ਸੁੱਖ ਨਾਲ ਜੀਓ ਦੇ 6ਵੇਂ ਭਾਗ ਨਾਲ। ਹਾਊ ਟੂ ਐਲੀਮੀਨੇਟ 50% ਆਫ ਯੂਅਰ ਬਿਜ਼ਨਸ ਵਰੀਜ਼। ਕੰਮਕਾਜੀ ਜਾਂ ਕਾਰੋਬਾਰੀ ਚਿੰਤਾਵਾਂ ਦਾ ਸਮਾਧਾਨ। ਜੇ ਤੁਸੀਂ ਕੋਈ ਬਿਜ਼ਨਸਮੈਨ ਹੋ ਤਾਂ ਮਨ ਹੀ ਮਨ ਸੋਚੋਗੇ ਕਿ ਇਸ ਲੇਖ ਦਾ ਸਿਰਲੇਖ ਅਜੀਬ ਮਜ਼ਾਕ ਹੈ। ਮੈਂ ਵੀ 29 ਸਾਲਾਂ ਤੋਂ ਆਪਣਾ ਕਾਰੋਬਾਰ ਚਲਾ ਰਿਹਾ ਹਾਂ ਅਤੇ ਜੇ ਕੋਈ ਐਰਾ ਗੈਰਾ ਇਸ ਦੇ ਉੱਤਰ ਜਾਣ ਸਕਦਾ ਹੈ ਤਾਂ ਮੈਨੂੰ ਤਾਂ ਜ਼ਰੂਰ ਹੀ ਜਾਣਨੇ ਚਾਹੀਦੇ ਹਨ। ਇਹ ਗੱਲ ਬਿਲਕੁਲ ਫਜ਼ੂਲ ਹੈ। ਕੋਈ ਐਰਾ ਗੈਰਾ ਮੇਰੀਆਂ 50% ਵਪਾਰਕ ਚਿੰਤਾਵਾਂ ਕਿਵੇਂ ਦੂਰ ਕਰ ਸਕਦਾ ਹੈ? ਤੁਹਾਡਾ ਸੋਚਣਾ ਠੀਕ ਹੈ। ਮੈਂ ਵੀ ਜੇ ਕੁਝ ਸਾਲ ਪਹਿਲਾਂ ਇਸ ਪੁਸਤਕ ਦੇ ਲੇਖ ਦੇ ਸਿਰਲੇਖ ਨੂੰ ਦੇਖਿਆ ਹੁੰਦਾ ਤਾਂ ਮੈਂ ਵੀ ਇਹੀ ਸੋਚਦਾ। ਕਹਿੰਦਾ ਕਿ ਇਸ ਵਿੱਚ ਸ਼ੇਖ ਚਿੱਲੀ ਦੇ ਸੁਪਨੇ ਹਨ ਜਿਨ੍ਹਾਂ ਦੀ ਕੋਈ ਵਕਤ ਨਹੀਂ। ਇਮਾਨਦਾਰੀ ਨਾਲ ਦੇਖਿਆ ਜਾਵੇ ਤਾਂ ਸ਼ਾਇਦ ਮੈਂ ਤੁਹਾਡੀਆਂ 25% ਵਪਾਰਕ ਚਿੰਤਾਵਾਂ ਵੀ ਦੂਰ ਕਰਨ ਵਿੱਚ ਤੁਹਾਡੀ ਸਹਾਇਤਾ ਨਾ ਕਰ ਸਕਾਂ, ਕਿਉਂਕਿ ਆਖਿਰ ਤੁਹਾਨੂੰ ਹੀ ਤੁਹਾਡੀਆਂ ਚਿੰਤਾਵਾਂ ਦੂਰ ਕਰਨੀਆਂ ਪੈਣਗੀਆਂ। ਮੈਂ ਤਾਂ ਸਿਰਫ ਇੰਨਾ ਕਰ ਸਕਦਾ ਹਾਂ ਕਿ ਤੁਹਾਨੂੰ ਦੱਸ ਦਿਆਂ ਕਿ ਦੂਜੇ ਲੋਕਾਂ ਨੇ ਆਪਣੀਆਂ ਚਿੰਤਾਵਾਂ ਕਿਸ ਤਰ੍ਹਾਂ ਦੂਰ ਕੀਤੀਆਂ ਅਤੇ ਬਾਕੀ ਦਾ ਕੰਮ ਤੁਹਾਡੇ ਉੱਤੇ ਛੱਡ ਦਿਆਂ। ਡੇਲ ਕਾਰਨੇਗੀ ਦੱਸਦੇ ਹਨ ਕਿ ਜੀਵਨ ਵਿੱਚ ਬਹੁਤ ਸਫਲ ਬੰਦਿਆਂ ਨੇ ਕਿਵੇਂ ਆਪਣੀਆਂ ਕੰਮਕਾਜ ਸੰਬੰਧੀ ਚਿੰਤਾਵਾਂ ਤੋਂ ਛੁਟਕਾਰਾ ਪਾਇਆ। ਡੇਲ ਕਾਰਨੇਗੀ ਕਹਿੰਦੇ ਹਨ ਕਿ ਪਿਛਲੇ ਚੈਪਟਰ ਵਿੱਚ ਮੈਂ ਵਰਲਡ ਫੇਮਸ ਡਾਕਟਰ ਅਲੈਕਸਿਸ ਕੈਰਲ ਦੇ ਇਸ ਕਥਨ ਦਾ ਜ਼ਿਕਰ ਕੀਤਾ ਸੀ ਕਿ ਜੋ ਕੰਮਕਾਜੀ, ਕਾਰੋਬਾਰੀ ਜਾਂ ਬਿਜ਼ਨਸਮੈਨ ਆਪਣੀਆਂ ਚਿੰਤਾਵਾਂ ਨਾਲ ਲੜਨਾ ਨਹੀਂ ਜਾਣਦੇ ਉਹ ਜਵਾਨੀ ਵਿੱਚ ਹੀ ਮਰ ਜਾਂਦੇ ਹਨ। ਚਿੰਤਾ ਜਾਂ ਸਟ੍ਰੈਸ ਆਪਣੇ ਆਪ ਵਿੱਚ ਇੱਕ ਬਹੁਤ ਹੀ ਗੰਭੀਰ ਸਮੱਸਿਆ ਹੈ ਅਤੇ ਇਸ ਲਈ ਜੇ ਮੈਂ ਤੁਹਾਡੀਆਂ 10% ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਵੀ ਤੁਹਾਡੀ ਸਹਾਇਤਾ ਕਰ ਸਕਾਂ ਤਾਂ ਤੁਸੀਂ ਜ਼ਰੂਰ ਸੈਟਿਸਫਾਈ ਹੋਵੋਗੇ। ਹਾਂ, ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਕਿ ਕਿਸ ਤਰ੍ਹਾਂ ਇੱਕ ਬਿਜ਼ਨਸਮੈਨ ਨੇ ਆਪਣੀਆਂ 50% ਚਿੰਤਾਵਾਂ ਦੂਰ ਕੀਤੀਆਂ ਅਤੇ ਨਾਲ-ਨਾਲ ਆਪਣਾ 70% ਸਮਾਂ ਵੀ ਬਚਾ ਲਿਆ ਜੋ ਕਿ ਉਹ ਪਹਿਲਾਂ ਵਪਾਰ ਸੰਬੰਧੀ ਸਮੱਸਿਆਵਾਂ ਦਾ ਹੱਲ ਲੱਭਣ ਲਈ ਕੀਤੀਆਂ ਗਈਆਂ ਕਾਨਫਰੰਸਿਸ ਵਿੱਚ ਆਪਣਾ ਸਮਾਂ ਖਰਚ ਕਰ ਦਿੰਦੇ ਸਨ। ਮੈਂ ਕਿਸੇ ABCD ਜਾਂ ਆਪਣੇ ਕਿਸੇ ਵਾਕਿਫ ਦੀਆਂ ਕਹਾਣੀਆਂ ਨਹੀਂ ਦੱਸ ਰਿਹਾ ਜਿਨ੍ਹਾਂ ਦੀ ਤੁਸੀਂ ਤਸਦੀਕ ਨਾ ਕਰ ਸਕੋ। ਇਹ ਕਹਾਣੀ ਲਿਓਨ ਸ਼ਿਮਕਿਨ ਦੀ ਹੈ ਜੋ 20 ਨਿਊਯਾਰਕ ਵਿਚਲੇ ਰੈਕਫੈਲਰ ਸੈਂਟਰ ਦੇ ਸਾਈਮਨ ਅਤੇ ਸ਼ੂਸਟਰ ਨਾਮਕ ਅਮਰੀਕਨ ਪਬਲੀਕੇਸ਼ਨ ਹਾਊਸਿਸ ਦਾ ਪਾਰਟਨਰ ਅਤੇ ਮੈਨੇਜਰ ਹੈ। ਲਿਓਨ ਦੱਸਦੇ ਹਨ ਕਿ 15 ਸਾਲਾਂ ਤੱਕ ਅਸੀਂ ਆਪਣੇ ਵਰਕਿੰਗ ਡੇ ਦਾ ਅੱਧੇ ਤੋਂ ਵੱਧ ਹਿੱਸਾ ਕਾਨਫਰੰਸਾਂ ਕਰਨ ਤੇ ਬਿਤਾ ਦਿੰਦੇ ਸਾਂ। ਅਸੀਂ ਸੋਚਦੇ ਰਹਿੰਦੇ, ਇਹ ਕਰੀਏ, ਉਹ ਕਰੀਏ ਜਾਂ ਕੁਝ ਵੀ ਨਾ ਕਰੀਏ। ਫਿਰ ਅਸੀਂ ਸੀਰੀਅਸ ਹੋ ਜਾਂਦੇ, ਆਪਣੀਆਂ ਕੁਰਸੀਆਂ ਤੇ ਬੈਠੇ ਸੋਚਦੇ ਰਹਿੰਦੇ, ਇੱਧਰ ਉੱਧਰ ਚੱਕਰ ਕੱਟਦੇ ਰਹਿੰਦੇ ਤੇ ਉਲਝਣ ਵਿੱਚ ਫਸੇ ਰਹਿੰਦੇ। ਰਾਤ ਹੋਣ ਤੱਕ ਮੈਂ ਥੱਕ ਕੇ ਚੂਰ ਹੋ ਜਾਂਦਾ। ਮੈਨੂੰ ਪੂਰਾ ਯਕੀਨ ਹੋ ਗਿਆ ਸੀ ਕਿ ਜ਼ਿੰਦਗੀ ਭਰ ਮੈਨੂੰ ਇਸ ਤਰ੍ਹਾਂ ਹੀ ਪਾਪੜ ਵੇਲਣੇ ਪੈਣਗੇ। ਪਿਛਲੇ 15 ਸਾਲਾਂ ਦੌਰਾਨ ਮੈਨੂੰ ਇੱਕ ਵਾਰ ਵੀ ਨਹੀਂ ਲੱਗਿਆ ਕਿ ਕੰਮ ਕਰਨ ਦਾ ਕੋਈ ਇਸ ਤੋਂ ਵਧੀਆ ਤਰੀਕਾ ਵੀ ਹੋ ਸਕਦਾ ਹੈ। ਜੇ ਕੋਈ ਆ ਕੇ ਮੈਨੂੰ ਕਹਿੰਦਾ ਕਿ ਮੈਂ ਤੁਹਾਡੀਆਂ ਸਟ੍ਰੈਸਫੁਲ ਕਾਨਫਰੰਸਿਸ ਦਾ 3/4 ਸਮਾਂ ਅਤੇ ਤੁਹਾਡੇ ਪ੍ਰੈਸ਼ਰ ਘੱਟ ਕਰ ਸਕਦਾ ਹਾਂ ਤਾਂ ਇਹੋ ਜਿਹੇ ਬੰਦੇ ਨੂੰ ਮੈਂ ਆਪਣੀ ਹੀ ਪਿੱਠ ਥਾਪੜ ਕੇ ਖੁਸ਼ ਹੋਣ ਵਾਲਾ ਅਤੇ ਨਿਠੱਲਾ ਸ਼ੇਖ ਚਿੱਲੀ ਸਮਝਦਾ। ਫਿਰ ਵੀ ਮੈਂ ਆਖਿਰ ਇੱਕ ਤਰੀਕਾ ਲੱਭ ਹੀ ਲਿਆ। ਇਸ ਤਰੀਕੇ ਨੇ ਮੇਰੀ ਕਾਰਜਕੁਸ਼ਲਤਾ, ਮੇਰੀ ਸਿਹਤ ਅਤੇ ਮੇਰੇ ਸੁੱਖ ਦੇ ਖੇਤਰਾਂ ਵਿੱਚ ਐਕਸਟਰਾ ਆਰਡੀਨਰੀ ਇੰਪੈਕਟ ਕੀਤਾ। ਇੱਕ ਤਰ੍ਹਾਂ ਨਾਲ ਇਹ ਇੱਕ ਚਮਤਕਾਰ ਹੀ ਲੱਗਦਾ ਹੈ ਪਰ ਇਸ ਦਾ ਵਰਕਿੰਗ ਸਿਸਟਮ ਜਾਣ ਲੈਣ ਤੇ ਇਹ ਮਿਰੈਕਲ ਵਾਂਗ ਸਧਾਰਨ ਲੱਗਣ ਲੱਗਦਾ ਹੈ। ਹੁਣ ਮੈਂ ਤੁਹਾਨੂੰ ਇਸ ਮਿਰੈਕਲ ਦਾ ਸੀਕ੍ਰੇਟ ਦੱਸਾਂਗਾ। ਸਭ ਤੋਂ ਪਹਿਲਾਂ ਤਾਂ ਮੈਂ 15 ਸਾਲਾਂ ਤੋਂ ਪ੍ਰਯੋਗ ਕੀਤੇ ਜਾਣ ਵਾਲੇ ਉਹਨਾਂ ਕਾਨਫਰੰਸਾਂ ਦੇ ਤਰੀਕੇ ਨੂੰ ਤਿਲਾਂਜਲੀ ਦਿੱਤੀ। ਉਸ ਪੁਰਾਣੇ ਵਰਕਿੰਗ ਮੈਥਡ ਦੀ ਸਟਾਰਟਿੰਗ ਇਸ ਤਰ੍ਹਾਂ ਹੁੰਦੀ ਹੈ। ਪਹਿਲਾਂ ਮੇਰੇ ਸਾਰੇ ਵਰਕਰ ਜਾਂ ਕੁਲੀਗ ਮਿਸਟੇਕ ਕਿੱਥੇ ਹੋਈ ਹੈ ਇਸ ਦਾ ਵੇਰਵਾ ਦਿੰਦੇ ਅਤੇ ਆਖਿਰ ਵਿੱਚ ਹੁਣ ਕੀ ਕਰੀਏ ਕਹਿ ਕੇ ਰੁਕ ਜਾਂਦੇ। ਪਰ ਹੁਣ ਮੈਂ ਇੱਕ ਨਿਯਮ ਬਣਾ ਲਿਆ ਹੈ ਕਿ ਜਿਸ ਵਿਅਕਤੀ ਨੇ ਮੇਰੇ ਸਾਹਮਣੇ ਸਮੱਸਿਆ ਰੱਖਣੀ ਹੈ ਉਹ ਪਹਿਲਾਂ ਇੱਕ ਮੈਮੋਰੰਡਮ ਤਿਆਰ ਕਰ ਲਵੇ ਅਤੇ ਇਹਨਾਂ 4 ਪ੍ਰਸ਼ਨਾਂ ਦੇ ਉੱਤਰ ਲਿਖ ਕੇ ਲਿਆਵੇ। ਪਹਿਲਾ ਪ੍ਰਸ਼ਨ, ਸਮੱਸਿਆ ਕੀ ਹੈ? ਇਸ ਤੋਂ ਪਹਿਲਾਂ ਵਾਲੀਆਂ ਕਾਨਫਰੰਸਾਂ ਵਿੱਚ ਅਸੀਂ ਕੀ ਕਰਦੇ ਸਾਂ? ਅਸੀਂ ਘੰਟਿਆਂ ਬੱਧੀ ਸਮੱਸਿਆ ਦੇ ਸੈਟਿੰਗ ਅਤੇ ਸੋਲਿਡ ਰੂਪ ਨੂੰ ਜਾਣੇ ਬਿਨਾਂ ਹੀ ਉਸ 'ਤੇ ਵਿਚਾਰ ਕਰਨ ਵਿੱਚ ਕਈ ਘੰਟੇ ਬਿਤਾ ਦਿੰਦੇ ਸਾਂ। ਸਮੱਸਿਆ ਨੂੰ ਸਪਸ਼ਟ ਰੂਪ ਵਿੱਚ ਸਮਝੇ ਬਿਨਾਂ ਹੀ ਇੱਕ ਤਰ੍ਹਾਂ ਅਸੀਂ ਅਧੂਰੀ ਹਾਲਤ ਵਿੱਚ ਕੰਮ ਕਰਦੇ ਰਹਿੰਦੇ ਸਾਂ। ਮੈਂ ਆਪਣੇ ਵਰਕਰਸ ਨੂੰ ਦੱਸਿਆ
ਕਿ ਉਹ ਦੂਸਰਾ ਪ੍ਰਸ਼ਨ ਲਿਖ ਕੇ ਲੈ ਕੇ ਆਉਣ ਕਿ ਸਮੱਸਿਆ ਦਾ ਕਾਰਨ ਕੀ ਹੈ। ਜਦੋਂ ਮੈਂ ਆਪਣੇ ਪਹਿਲੇ ਵਰਕਿੰਗ ਸਿਸਟਮ 'ਤੇ ਵਿਚਾਰ ਕਰਦਾ ਹਾਂ ਤਾਂ ਇਹ ਜਾਣ ਕੇ ਦੰਗ ਰਹਿ ਜਾਂਦਾ ਹਾਂ ਕਿ ਮੈਂ ਪ੍ਰੋਬਲਮ ਦੇ ਰੂਟ ਕਾਜ਼ ਨੂੰ ਡੈਫੀਨੇਟਲੀ ਜਾਣੇ ਤੋਂ ਬਿਨਾਂ ਹੀ ਉਸ ਉੱਤੇ ਘੰਟਿਆਂ ਬੱਧੀ ਮੀਟਿੰਗਸ ਕਰਕੇ ਪਰੇਸ਼ਾਨ ਹੁੰਦਾ ਰਹਿੰਦਾ ਅਤੇ ਆਪਣਾ ਕਿੰਨਾ ਹੀ ਕੀਮਤੀ ਸਮਾਂ ਅਜ਼ਾਈਂ ਗਵਾ ਦਿੰਦਾ ਸੀ। ਤੀਸਰਾ ਪ੍ਰਸ਼ਨ ਜੋ ਮੈਂ ਆਪਣੇ ਵਰਕਰਸ ਨੂੰ ਲਿਖਣ ਲਈ ਕਹਿੰਦਾ ਹਾਂ ਉਹ ਹੈ, ਆਪਣੀ ਸਮੱਸਿਆ ਦੇ ਸਾਰੇ ਸੰਭਵ ਹੱਲ ਕੀ ਹਨ ਉਹ ਵੀ ਲਿਖ ਕੇ ਲੈ ਕੇ ਆਓ। ਉਹਨਾਂ ਦਿਨਾਂ ਵਿੱਚ ਕਾਨਫਰੰਸ ਵਿੱਚ ਇੱਕ ਵਰਕਰ ਇੱਕ ਹੱਲ ਦੱਸਦਾ ਤਾਂ ਦੂਸਰਾ ਆਦਮੀ ਉਸ ਉੱਤੇ ਬਹਿਸ ਕਰਦਾ। ਇਸ ਤਰ੍ਹਾਂ ਐਕਸਾਈਟਮੈਂਟ ਵੱਧ ਜਾਂਦੀ ਹੈ। ਅਕਸਰ ਅਸੀਂ ਸਬਜੈਕਟ ਜਾਂ ਟੌਪਿਕ ਕਲੈਰੀਫਿਕੇਸ਼ਨ ਤਾਂ ਕਰ ਲੈਂਦੇ ਸੀ, ਪਰ ਉਹਨਾਂ ਮੁੱਦਿਆਂ ਨੂੰ ਲਿਖਦੇ ਨਹੀਂ ਸੀ ਤਾਂ ਜੋ ਅਸੀਂ ਪ੍ਰੋਬਲਮ ਨੂੰ ਸੋਲਵ ਕਰ ਸਕਦੇ। ਚੌਥਾ ਪ੍ਰਸ਼ਨ ਜੋ ਲਿਖਣਾ ਚਾਹੀਦਾ ਹੈ ਉਹ ਹੈ, ਤੁਸੀਂ ਕਿਸ ਹੱਲ ਨੂੰ ਤਰਜੀਹ ਦਿੰਦੇ ਹੋ। ਮੈਂ ਉਹਨਾਂ ਕਾਨਫਰੰਸਿਸ ਵਿੱਚ ਇਹੋ ਜਿਹੇ ਵਿਅਕਤੀਆਂ ਨੂੰ ਆਪਣੇ ਨਾਲ ਲੈ ਕੇ ਜਾਂਦਾ ਸੀ ਜੋ ਘੰਟਿਆਂ ਤੱਕ ਸਮੱਸਿਆ 'ਤੇ ਵਿਚਾਰ ਕਰਕੇ ਥੱਕ ਚੁੱਕਾ ਹੁੰਦਾ, ਪਰ ਜਿਸ ਨੇ ਕਦੇ ਵੀ ਸਾਰੇ ਪੋਸੀਬਲ ਸੋਲਿਊਸ਼ਨ ਦੇ ਵਿਸ਼ੇ ਵਿੱਚ ਕੋਈ ਵੀ ਵਿਚਾਰ ਨਹੀਂ ਕੀਤਾ ਹੁੰਦਾ, ਨਾ ਹੀ ਉਹ ਕਦੇ ਹੱਲ ਆਪਣੇ ਵੱਲੋਂ ਲਿਖ ਕੇ ਪੇਸ਼ ਕਰਦਾ। ਪਰ ਹੁਣ ਮੇਰੇ ਕੁਲੀਗ ਕਦੇ ਹੀ ਕੋਈ ਸਮੱਸਿਆ ਲੈ ਕੇ ਮੇਰੇ ਕੋਲ ਆਉਂਦੇ ਹਨ, ਕਿਉਂਕਿ ਇਹਨਾਂ 4 ਪ੍ਰਸ਼ਨਾਂ ਦੇ ਉੱਤਰ ਤਿਆਰ ਕਰਨ ਲਈ ਉਹਨਾਂ ਸਾਰੇ ਤੱਥਾਂ ਨੂੰ ਪਹਿਲਾਂ ਇਕੱਠਾ ਕਰਕੇ ਉਹਨਾਂ ਉੱਤੇ ਠੀਕ ਤਰ੍ਹਾਂ ਵਿਚਾਰ ਕਰਨਾ ਪੈਂਦਾ ਹੈ। ਜਦੋਂ ਉਹ ਇਹ ਕਰ ਲੈਂਦੇ ਹਨ ਤਾਂ 3/4 ਮਾਮਲਿਆਂ ਵਿੱਚ ਉਹਨਾਂ ਨੂੰ ਮੇਰੀ ਸਲਾਹ ਦੀ ਜ਼ਰੂਰਤ ਨਹੀਂ ਰਹਿੰਦੀ। ਪਹਿਲਾਂ ਮੈਂ ਉਹਨਾਂ ਕਾਨਫਰੰਸਿਸ ਵਿੱਚ ਇਹੋ ਜਿਹੇ ਵਿਅਕਤੀ ਨੂੰ ਆਪਣੇ ਨਾਲ ਲੈ ਕੇ ਜਾਂਦਾ ਸੀ ਜੋ ਘੰਟਿਆਂ ਤੱਕ ਸਮੱਸਿਆ 'ਤੇ ਵਿਚਾਰ ਕਰਕੇ ਥੱਕ ਚੁੱਕਿਆ ਹੁੰਦਾ, ਪਰ ਜਿਸ ਨੇ ਕਦੀ ਵੀ ਸਾਰੇ ਪੋਸੀਬਲ ਸੋਲਿਊਸ਼ਨ ਦੇ ਵਿਸ਼ੇ ਵਿੱਚ ਕੋਈ ਵੀ ਵਿਚਾਰ ਨਹੀਂ ਕੀਤਾ ਹੁੰਦਾ, ਨਾ ਹੀ ਉਹ ਕਦੇ ਕੋਈ ਹੱਲ ਆਪਣੇ ਵੱਲੋਂ ਲਿਖ ਕੇ ਪੇਸ਼ ਕਰਦਾ। ਪਰ ਹੁਣ ਮੇਰੇ ਕੁਲੀਗ ਕਦੇ ਕਦਾਈ ਹੀ ਕੋਈ ਸਮੱਸਿਆ ਲੈ ਕੇ ਮੇਰੇ ਕੋਲ ਆਉਂਦੇ ਹਨ, ਕਿਉਂਕਿ ਇਹਨਾਂ 4 ਪ੍ਰਸ਼ਨਾਂ ਦੇ ਉੱਤਰ ਤਿਆਰ ਕਰਨ ਲਈ ਉਹਨਾਂ ਸਾਰੇ ਤੱਥਾਂ ਨੂੰ ਪਹਿਲਾਂ ਇਕੱਠਾ ਕਰਕੇ ਉਹਨਾਂ ਉੱਤੇ ਠੀਕ ਤਰ੍ਹਾਂ ਵਿਚਾਰ ਕਰਨਾ ਪੈਂਦਾ ਹੈ। ਜਦੋਂ ਉਹ ਇਹ ਕਰ ਲੈਂਦੇ ਹਨ ਤਾਂ 3/4 ਮਾਮਲਿਆਂ ਵਿੱਚ ਉਹਨਾਂ ਨੂੰ ਮੇਰੀ ਸਲਾਹ ਦੀ ਜ਼ਰੂਰਤ ਨਹੀਂ ਰਹਿੰਦੀ, ਕਿਉਂਕਿ ਅਜਿਹਾ ਕਰਨ ਵਿੱਚ ਅਚਾਨਕ ਹੀ ਸਮੁੱਚਾ ਹੱਲ ਇਲੈਕਟ੍ਰਿਕ ਟੋਸਟਰ ਤੋਂ ਬਾਹਰ ਨਿਕਲ ਆਉਂਦਾ ਹੈ। ਫਰੈਂਕ ਬੇਡਗਰ ਦਾ ਕਹਿਣਾ ਹੈ ਕਿ ਕਈ ਸਾਲ ਪਹਿਲਾਂ ਮੈਂ ਪਾਲਿਸੀ ਬੁੱਕ ਕਰਨ ਦਾ ਕੰਮ ਸ਼ੁਰੂ ਕੀਤਾ। ਮੈਨੂੰ ਆਪਣੇ ਕਾਰੋਬਾਰ ਪ੍ਰਤੀ ਐਕਸਟਰਾ ਆਰਡੀਨਰੀ ਐਕਸਾਈਟਮੈਂਟ ਸੀ ਅਤੇ ਫਿਰ ਅਚਾਨਕ ਪਤਾ ਨਹੀਂ ਕਿਉਂ ਮੈਂ ਡਿਸਕਰੇਜਡ ਹੋ ਗਿਆ। ਮੈਂ ਆਪਣੇ ਕੰਮ ਨੂੰ ਨਫ਼ਰਤ ਕਰਨ ਲੱਗਿਆ ਅਤੇ ਆਪਣੇ ਕੰਮ ਨੂੰ ਛੱਡਣ ਦੀ ਸੋਚਣ ਲੱਗਿਆ। ਸੱਚਮੁੱਚ ਹੀ ਮੈਂ ਉਸ ਨੂੰ ਛੱਡ ਦਿੰਦਾ ਜੇ ਇੱਕ ਸ਼ਨੀਵਾਰ ਦੀ ਸਵੇਰ ਚਿੰਤਾਵਾਂ ਦੀ ਜੜ ਲੱਭਣ ਦਾ ਵਿਚਾਰ ਮੇਰੇ ਮਨ ਵਿੱਚ ਨਾ ਖੜਾ ਹੁੰਦਾ। ਮੈਂ ਮਨ ਹੀ ਮਨ ਪ੍ਰਸ਼ਨ ਕੀਤਾ, ਆਖਿਰ ਸਮੱਸਿਆ ਕੀ ਹੈ। ਮੇਰੀ ਪ੍ਰੋਬਲਮ ਇਹ ਸੀ ਕਿ ਵੱਖ-ਵੱਖ ਥਾਵਾਂ 'ਤੇ ਕਿੰਨੇ ਹੀ ਲੋਕਾਂ ਨੂੰ ਪਾਲਿਸੀ ਵੇਚਣ ਦੇ ਸਬੰਧ ਵਿੱਚ ਮਿਲ ਕੇ ਮੈਂ ਥੱਕ ਕੇ ਚੂਰ ਹੋ ਜਾਂਦਾ। ਜਦੋਂ ਕਦੀ ਮੈਂ ਕਿਸੇ ਪ੍ਰੋਸਪੈਕਟ ਨੂੰ ਵੇਚਣ ਵਿੱਚ ਸਫਲ ਹੋਣ ਵਾਲਾ ਹੁੰਦਾ ਤਾਂ ਸੇਲ ਬੰਦ ਕਰਨ ਦਾ ਟਾਈਮ ਹੋ ਜਾਂਦਾ ਅਤੇ ਕਸਟਮਰ ਇਹ ਕਹਿ ਕੇ ਖੜਾ ਹੋ ਜਾਂਦਾ, ਚੰਗਾ ਮਿਸਟਰ ਬੇਡਗਰ, ਮੈਂ ਬਾਅਦ ਵਿੱਚ ਸੋਚਾਂਗਾ, ਫਿਰ ਕਦੇ ਆਉਣਾ। ਇਸ ਤਰ੍ਹਾਂ ਸਮੇਂ ਦੀ ਬਰਬਾਦੀ ਜੋ ਮੈਨੂੰ ਕਸਟਮਰ ਨੂੰ ਵਾਰ-ਵਾਰ ਮਿਲਣ ਕਰਕੇ ਹੁੰਦੀ ਸੀ, ਉਹ ਮੇਰੇ ਦੁੱਖ ਦਾ ਕਾਰਨ ਬਣ ਗਈ। ਦੂਸਰਾ, ਮੈਂ ਮਨ ਹੀ ਮਨ ਸੋਚਿਆ ਕਿ ਇਸ ਸਮੱਸਿਆ ਦਾ ਸੰਭਾਵਿਤ ਹੱਲ ਕੀ ਹੋ ਸਕਦਾ ਹੈ, ਪਰ ਇਸ ਪ੍ਰਸ਼ਨ ਦਾ ਆਨਸਰ ਲੱਭਣ ਲਈ ਮੈਨੂੰ ਫੈਕਟ ਦਾ ਐਨਾਲਿਸਿਸ ਕਰਨ ਦੀ ਜ਼ਰੂਰਤ ਸੀ। ਮੈਂ ਪਿਛਲੇ 1 ਸਾਲ ਦੀ ਆਪਣੀ ਰਿਕਾਰਡ ਬੁੱਕ ਕੱਢ ਕੇ ਫਿਗਰਸ ਨੂੰ ਸਟੱਡੀ ਕੀਤਾ। ਮੈਂ ਬੜੇ ਹੈਰਾਨ ਕਰ ਦੇਣ ਵਾਲੇ ਨਤੀਜੇ 'ਤੇ ਪੁੱਜਿਆ। ਮੈਂ ਦੇਖਿਆ ਕਿ 70% ਬੀਮਾ ਪਾਲਿਸੀਜ਼ ਕਸਟਮਰਜ਼ ਨਾਲ ਪਹਿਲੀ ਮੀਟਿੰਗ ਵਿੱਚ ਹੀ ਵਿਕ ਜਾਂਦੀਆਂ ਅਤੇ 23% ਦੂਜੀ ਮੀਟਿੰਗ ਵਿੱਚ ਅਤੇ ਸਿਰਫ 7% ਤੀਜੀ, ਚੌਥੀ ਜਾਂ ਪੰਜਵੀਂ ਮੀਟਿੰਗ ਵਿੱਚ। ਇਹ ਅਖੀਰਲੀਆਂ ਮੀਟਿੰਗਸ ਹੀ ਮੇਰਾ ਬਹੁਤਾ ਸਮਾਂ ਬਰਬਾਦ ਕਰਦੀਆਂ ਸਨ ਅਤੇ ਮੈਨੂੰ ਮਾਨਸਿਕ ਰੂਪ ਵਿੱਚ ਥਕਾ ਦਿੰਦੀਆਂ ਸਨ, ਯਾਨੀ ਕਿ ਮੈਨੂੰ ਮੈਂਟਲੀ ਟਾਇਰਡ ਕਰ ਦਿੰਦੀਆਂ ਸਨ। ਜੇ ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਮੈਂ ਆਪਣੇ ਕੰਮ ਦੇ ਪੂਰੇ ਦਿਨ ਦਾ ਅੱਧੇ ਤੋਂ ਵੱਧ ਹਿੱਸਾ ਕੇਵਲ 7% ਸੇਲ ਵਿੱਚ ਗੁਆਉਂਦਾ ਸੀ। ਆਨਸਰ ਬਿਲਕੁਲ ਸਪਸ਼ਟ ਸੀ। ਮੈਂ ਦੂਸਰੀ ਮੁਲਾਕਾਤ ਤੋਂ ਬਾਅਦ ਕਸਟਮਰਜ਼ ਨੂੰ ਮਿਲਣਾ ਬੰਦ ਕਰ ਦਿੱਤਾ। ਇਸ ਤਰ੍ਹਾਂ ਬਚਿਆ ਹੋਇਆ ਵਕਤ ਮੈਂ ਨਵੇਂ ਕਸਟਮਰਜ਼ ਬਣਾਉਣ ਵਿੱਚ ਲੱਗ ਗਿਆ। ਨਤੀਜਾ ਬੜਾ ਹੈਰਤ ਅੰਗੇਜ਼ ਸੀ। ਮੈਨੂੰ ਥੋੜ੍ਹੇ ਸਮੇਂ ਵਿੱਚ ਹੀ ਡਬਲ ਪ੍ਰੋਫਿਟ ਹੋਣ ਲੱਗ ਪਿਆ। ਜਿਵੇਂ ਕਿ ਮੈਂ ਪਹਿਲਾਂ ਦੱਸ ਚੁੱਕਿਆ ਹਾਂ, ਫਰੈਂਕ ਬੇਡਗਰ ਅਮਰੀਕਾ ਦਾ ਫੇਮਸ ਇੰਸ਼ੋਰੈਂਸ ਬਿਜ਼ਨਸਮੈਨ ਹੈ ਅਤੇ ਉਹ ਫਿਲੇਡਲਫੀਆ ਦਾ ਫਰੈਂਡ ਲਿਬਰਟੀ ਮਿਊਚੁਅਲ ਨਾਲ ਰਿਲੇਟਡ ਹਰ ਸਾਲ ਅਪਰੋਕਸੀਮੇਟਲੀ 10 ਲੱਖ ਪਾਲਿਸੀਜ਼ ਪੂਰੀਆਂ ਕਰਦਾ ਹੈ। ਇੱਕ ਟਾਈਮ ਸੀ ਜਦੋਂ ਉਹ ਬਿਜ਼ਨਸ ਨੂੰ ਛੱਡ ਦੇਣਾ ਚਾਹੁੰਦਾ ਸੀ। ਉਹ ਹਾਰ ਮੰਨਣ ਹੀ ਵਾਲਾ ਸੀ ਕਿ ਪ੍ਰੋਬਲਮ ਦੇ ਐਨਾਲਿਸਿਸ ਦੇ ਇਸ ਮੈਥਡ ਨੇ ਉਸ ਨੂੰ ਸਕਸੈਸ ਦੇ ਸੀਕ੍ਰੇਟ ਪਾਥ 'ਤੇ ਪਹੁੰਚਾ ਦਿੱਤਾ। ਕਿ ਤੁਸੀਂ ਵੀ ਆਪਣੀਆਂ ਸਮੱਸਿਆਵਾਂ ਉੱਤੇ ਪ੍ਰਸ਼ਨ ਲਾਗੂ ਕਰ ਸਕਦੇ ਹੋ। ਮੈਂ ਫਿਰ ਇਸ ਚੈਲੰਜ ਨੂੰ ਰਿਪੀਟ ਕਰਦਾ ਹਾਂ, ਇਹ ਤੁਹਾਡੀਆਂ 50% ਪ੍ਰੋਬਲਮ ਨੂੰ ਸੋਲਵ ਕਰ ਦੇਵੇਗਾ। ਉਹ ਪ੍ਰਸ਼ਨ ਹਨ, ਪਹਿਲਾ, ਤੁਹਾਡੀ ਸਮੱਸਿਆ ਕੀ ਹੈ। ਦੂਸਰਾ, ਸਮੱਸਿਆ ਦਾ ਕਾਰਨ ਕੀ ਹੈ। ਤੀਸਰਾ, ਸਮੱਸਿਆ ਦੇ ਸਾਰੇ ਸੰਭਵ ਹੱਲ ਕੀ ਹਨ। ਚੌਥਾ, ਤੁਸੀਂ ਕਿਹੜੇ ਹੱਲ ਦੀ ਤਜਵੀਜ਼ ਕਰਦੇ ਹੋ, ਯਾਨੀ ਸਭ ਤੋਂ ਬੈਸਟ ਸੋਲਿਊਸ਼ਨ ਕੀ ਹੈ।
ਦੋਸਤੋ, ਇਸ ਤਰ੍ਹਾਂ ਤੁਸੀਂ ਵੀ ਆਪਣੀਆਂ ਪ੍ਰੋਬਲਮ ਦਾ ਐਨਾਲਿਸਿਸ ਕਰਕੇ ਉਹਨਾਂ ਨੂੰ ਹੱਲ ਕਰਨ ਵਾਲੇ ਬੈਸਟ ਸੋਲਿਊਸ਼ਨ ਤੇ ਪਹੁੰਚ ਸਕਦੇ ਹੋ। ਤਾਂ ਆਪਣੀਆਂ ਸਮੱਸਿਆਵਾਂ ਦੇ ਇਹਨਾਂ ਪ੍ਰਸ਼ਨਾਂ ਨੂੰ ਇੰਪਲੀਮੈਂਟ ਕਰਕੇ ਤੁਸੀਂ ਬਿਹਤਰ ਜਵਾਬ ਲੈ ਸਕਦੇ ਹੋ। ਧੰਨਵਾਦ।